Hey everyone, welcome or welcome back to my channel. This is Parneet. I hope you all are doing good. So today in this video lesson, we are going to discuss future indefinite tense in active and passive voice. Guys, ਆਪਾਂ present and past, active and passive already discuss कर चुके हैं. So आज ਆਪਾਂ discuss करेंगे future indefinite simple future tense. Means ਜਦੋਂ simple future ਦੇ active ਵਾਲੇ sentences ਨੂੰ ਜਦੋਂ ਅਸੀਂ convert ਕਰਦੇ ਹਾਂ passive voice ਦੇ ਵਿੱਚ ਤਾਂ ਉਹਨਾਂ ਦੇ ਵਿੱਚ ਕੀ changes ਹੁੰਦੇ ਨੇ, ਕੀ ਚੀਜ਼ਾਂ ਆਪਾਂ ਨੂੰ add ਕਰਨੀਆਂ ਪੈਂਦੀਆਂ ਨੇ. Fine? Okay. So let's have a look. First of all, देखो structure देखो ਜਦੋਂ future indefinite tense ਅਸੀਂ एक्टिव वॉइस ਦੇ ਵਿੱਚ ਕਰਦੇ ਹੁੰਨੇ ਆ ਇਹ ਗੱਲ ਮੈਨੂੰ ਹੁਣ ਫਿਊਚਰ ਟੈਂਸ ਇਸ ਕਲਾਸ ਦੇ ਵਿੱਚ ਆ ਕੇ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਐਕਟਿਵ ਵੌਇਸ ਦੇ ਸੈਂਟੈਂਸਸ ਕੀ ਹੁੰਦੇ ਨੇ ਬਿਕਾਜ਼ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਆ ਇਨ ਦਾ ਫਰਸਟ ਐਂਡ ਸੈਕੰਡ ਕਲਾਸ ਠੀਕ ਹੈ ਐਕਟਿਵ ਵੌਇਸ ਦੇ ਸੈਂਟੈਂਸਸ ਸਿੰਪਲ ਟੈਂਸਸ ਵਾਲੇ ਹੁੰਦੇ ਨੇ ਉਹਦਾ ਸਟਰਕਚਰ ਜਿਹੜਾ ਆਪਾਂ ਫੋਲੋ ਕਰਦੇ ਆ ਦੈਟ ਇਜ਼ SVO ਸਭ ਤੋਂ ਪਹਿਲਾਂ ਸਬਜੈਕਟ ਆਉਂਦਾ ਹੁੰਦਾ ਹੈ ਫਿਰ ਵਰਬ ਦੀ ਫਾਰਮ ਆਉਂਦੀ ਹੈ ਐਂਡ ਦੇ ਵਿੱਚ ਆਬਜੈਕਟ ਆਉਂਦਾ ਹੈ ਫਾਈਨ ਇਹ ਤੁਹਾਨੂੰ ਕਲੀਅਰ ਹੈ ਆਈ ਨੋ ਓਕੇ हर एक टेंस के विच आप तीन टाइप्स ही डिस्कस कर रहे हैं नंबर 1 इज अफर्मेटिव नंबर 2 इज नेगेटिव नंबर 3 इज इंटरोगेटिव तो ये सब तो पहला अफर्मेटिव सेंटेंसेस देखो अफर्मेटिव सेंटेंसेस वो सेंटेंसेस होंगे ने जिहड़े होंगे ने पॉजिटिव मीनस सकारात्मक सेंटेंसेस है ना जिन्हां दे विच हाँ की गल हुंदी है हाँ वाचक भी असीं उन्हां नूं कह दिंदे आ एक्टिव दे विच सब तो पहला सब्जैक्ट आउंदा हुंदा है फिर आउंदा हेल्पिंग वर्ब फ्यूचर इंडेफिनिट दे विच विल या शैल लगदा है ठीक है ਹੁਣ ਪਹਿਲਾਂ ਜੇ ਆਪਾਂ ਗੱਲ ਕਰੀਏ ਆਈ ਦੇ ਨਾਲ ਜਾਂ ਪਲੂਰਲ ਦੇ ਨਾਲ ਸ਼ੈਲ ਲੱਗਦਾ ਹੁੰਦਾ ਸੀ ਬਟ ਇਨ ਮਾਡਰਨ ਇੰਗਲਿਸ਼ देयर इज अ ਰਿਲੈਕਸੇਸ਼ਨ ਅੱਜ ਕੱਲ ਸਾਰਿਆਂ ਦੇ ਨਾਲ ਵਿਲ ਹੀ ਯੂਜ਼ ਹੋ ਜਾਂਦਾ ਹੈ ਫਾਈਨ ਨੈਕਸਟ ਇਜ਼ ਵਰਬ ਦੀ ਫਰਸਟ ਫਾਰਮ ਮੇਨ ਵਰਬ ਦੀ ਫਰਸਟ ਫਾਰਮ ਯੂਜ਼ ਹੁੰਦੀ ਹੈ ਇਨ ਫਿਊਚਰ ਇੰਡੈਫੀਨਿਟ ਐਂਡ ਦੇ ਵਿੱਚ ਆਉਂਦਾ ਆਬਜੈਕਟ ਇਜ਼ ਬਚਿਆ ਖੁਚਿਆ ਸਮਾਨ ਸੋ ਇਹ SVO ਦਾ ਹੀ ਸਟਰਕਚਰ ਹੋ ਗਿਆ ਸਬਜੈਕਟ ਵਰਬ ਐਂਡ ਆਬਜੈਕਟ ਠੀਕ ਹੈ ਜਦੋਂ ਅਸੀਂ ਐਕਟਿਵ ਵਾਲੇ ਸੈਂਟੈਂਸਸ ਨੂੰ ਪੈਸਿਵ ਦੇ ਵਿੱਚ ਕਨਵਰਟ ਕਰਦੇ ਆ ਉਹਦੇ ਵਿੱਚ ਕੀ ਹੁੰਦਾ ਹੈ ਉਹਦੇ ਵਿੱਚ ਉਹ ਥੋੜਾ ਮੋਲਡ ਹੋ ਜਾਂਦਾ ਹੈ ਮੀਨਸ ਜਿਹੜਾ ਐਂਡ ਦੇ ਵਿੱਚ ਆਬਜੈਕਟ ਪਿਆ ਨਾ ਉਹ ਸਭ ਤੋਂ ਅੱਗੇ ਆ ਜਾਏਗਾ ਆਬਜੈਕਟ ਅਸੀਂ ਅੱਗੇ ਲਗਾ ਦਾਂਗੇ ਠੀਕ ਹੈ ਦੈਨ ਹੈਲਪਿੰਗ ਵਰਬ ਆਉਣਗੇ ਹੈਲਪਿੰਗ ਵਰਬ ਇਹਦੇ ਵਿੱਚ ਹੁਣ ਅਸੀਂ ਆਲਰੇਡੀ ਯੂਜ਼ ਕਰ ਰਹੇ ਹਾਂ ਵਿਲ ਸ਼ੈਲ ਤੇ ਸਾਨੂੰ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈ ਤਾਂ ਵਿਲ ਸ਼ੈਲ ਯੂਜ਼ ਹੋ ਜਾਏਗਾ ਠੀਕ ਹੈ ਬਟ ਸਾਨੂੰ ਇਹ ਵੀ ਦੱਸਣਾ ਪਏਗਾ ਕਿ ਅਸੀਂ ਪੈਸਿਵ ਦਾ ਸੈਂਟੈਂਸ ਹੁਣ ਬਣਾ ਰਹੇ ਹਾਂ ਉਹਦੇ ਲਈ ਅਸੀਂ ਕੀ ਇਹਦੇ ਵਿੱਚ ਐਡ ਕਰ ਦਾਂਗੇ ਦੈਟ ਇਜ਼ ਬੀ ठीक है then is पैसिव ਦੇ ਸਾਰੇ ਸੈਂਟੈਂਸਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵਰਬ ਦੀ ਕਿਹੜੀ ਫਾਰਮ ਯੂਜ਼ ਹੁੰਦੀ ਹੈ ਹਮੇਸ਼ਾ ਮੇਨ ਵਰਬ ਦੀ ਥਰਡ ਫਾਰਮ ਯੂਜ਼ ਹੁੰਦੀ ਹੈ then is by and ਦੇ ਵਿੱਚ ਸਬਜੈਕਟ ਹੁਣ by ਅਸੀਂ ਕਿਉਂ ਯੂਜ਼ ਕਰਦੇ ਹਾਂ ਬਿਕਾਜ਼ ਪੈਸਿਵ ਵੌਇਸ ਦੇ ਵਿੱਚ ਜਿਹੜਾ ਕੰਮ ਹੁੰਦਾ ਉਹ ਕਿਸੇ ਦੇ ਦੁਆਰਾ ਕੀਤਾ ਜਾਂਦਾ ਕਿਸੇ ਪਰਸਨ ਦੇ ਮੇਰੇ ਤੁਹਾਡੇ ਜਾਂ ਉਹਨਾਂ ਦੇ ਕਿਸੇ ਦੇ ਦੁਆਰਾ ਯੂਜ਼ ਕੀਤਾ ਜਾਂਦਾ ਤਾਂ ਉੱਥੇ ਆ ਜਾਂਦਾ by fine okay so sentence is the structure ਬਣ ਗਿਆ object plus helping verb will shall plus be plus verb ਦੀ third form plus by plus subject fine ਹੁਣ ਦੇਖੋ ਇੱਕ ਸਿੰਪਲ ਸੈਂਟੈਂਸ ਦੇਖੋ that is he will read a book ਹੈ ਨਾ he ਕੌਣ ਹੈ ਇਹਦੇ ਵਿੱਚ he subject ਦਾ ਕੰਮ ਕਰ ਰਿਹਾ ਹੈ ਠੀਕ ਹੈ will ਕੀ ਹੈ ਇਹ helping verb ਲੱਗਿਆ ਹੋਇਆ ਹੈ read ਕੀ ਹੈ verb ਦੀ first form ਆ book ਕੀ ਹੈ ਇਹ object ਹੈ SVO ਸਿੰਪਲ ਸਟਰਕਚਰ ਹੈ ਜਦੋਂ ਅਸੀਂ ਇਹਨੂੰ ਪੈਸਿਵ ਦੇ ਵਿੱਚ ਕਨਵਰਟ ਕਰਾਂਗੇ ਪੈਸਿਵ ਦੇ ਫਿਊਚਰ ਇੰਡੈਫੀਨਿਟ ਦੇ ਅਫਰਮੇਟਿਵ ਦੇ ਵਿੱਚ ਕਨਵਰਟ ਕਰਾਂਗੇ ਉਦੋਂ ਦੇਖੋ ਕੀ ਹੋਏਗਾ ਤਾਂ ਜਿਹੜਾ ਅ ਬੁੱਕ ਆਬਜੈਕਟ ਹੈ ਉਹ ਸਭ ਤੋਂ ਪਹਿਲਾਂ ਆ ਜਾਏਗਾ ਹੈ ਨਾ ਤਾਂ ਅਸੀਂ ਇੱਥੇ ਲਿਖ ਸਕਦੇ ਹਾਂ ਅ ਬੁੱਕ ਫਾਈਨ ਉਸ ਤੋਂ ਬਾਅਦ ਕੀ ਆਏਗਾ ਹੈਲਪਿੰਗ ਵਰਬ ਵਿਲ ਜਾਂ ਸ਼ੈਲ ਬਾਅਦ ਬੀ ਵਰਬ ਦੀ ਥਰਡ ਫਾਰਮ फर्स्ट फॉर्म की है रीड तो रीड की थर्ड फॉर्म की होंगी है रीड रेड स्पेलिंग सेम होंगे अ बुक विल बी रेड उस तो बाद बाय एंड दे विच सब्जेक्ट आ गया सब्जेक्ट की सी ही हुण सानू ये भी पता है कि जो सब्जेक्ट एंड दे विच चला जाता पैसिव दे विच ही दा हिम बन जाता है शी दा हर बनता है दे दा them बनता है ना ये सानू ऑलरेडी चीज़ां क्लियर है सो एंड दे विच की बन जाएगा हिम सो सेंटेंस की बनया a book will be read by him ठीक है a book will be read by him fine ਹੁਣ ਜੇ ਇੱਥੇ ਹੁੰਦਾ Ram will finish the food ठीक है Ram will finish the food so the food ਅੱਗੇ ਆ ਜਾਂਦਾ the food will be finish first form ਸੀ ਤਾਂ ਉਹਦੀ third form ਬਣਾਓ finished by Ram ਜਿਹੜੇ names ਹੁੰਦੇ ਨੇ ਉਹ as it is ਰਹਿ ਜਾਂਦੇ ਨੇ they will finish the food will be finished by them ਇਸ ਤਰ੍ਹਾਂ ਹੋ ਜਾਏਗਾ clear okay next is negative sentences ਉਹ ਵਾਲੇ sentences ਹੁੰਦੇ ਨੇ ਜਿਨ੍ਹਾਂ ਦੇ ਵਿੱਚ ਨਾ ਆ ਜਾਂਦਾ ਮੀਨਸ ਨਹੀਂ ਆ ਜਾਂਦਾ ਨਕਾਰਾਤਮਕ sentences ਹੁੰਦੇ ਨੇ
ਤਾਂ ਫਿਊਚਰ ਇੰਡੈਫੀਨਿਟ ਦੇ ਵਿੱਚ ਸਿੰਪਲ ਸਟਰਕਚਰ ਕਿਹੜਾ ਹੁੰਦਾ ਹੈ, ਉਹ ਇਸ ਤਰ੍ਹਾਂ ਹੀ ਹੁੰਦਾ ਹੈ, ਆਬਜੈਕਟ ਹੁੰਦਾ ਹੈ, ਵਿਲ ਸ਼ੈਲ ਲੱਗਦਾ ਹੈ, ਬਟ ਉਹਦੇ ਵਿੱਚ ਨਾਟ ਆ ਜਾਂਦਾ ਹੈ। ਤਾਂ ਨਾਟ ਜਦੋਂ ਵੀ ਆਉਂਦਾ, ਮੈਂ ਤੁਹਾਨੂੰ ਹਮੇਸ਼ਾ ਦੱਸਦੀ ਹਾਂ ਕਿੱਥੇ ਲੱਗਦਾ ਹੈ, ਜਦੋਂ ਹੈਲਪਿੰਗ ਵਰਬ ਹੁੰਦਾ ਹੈ ਉਸ ਤੋਂ ਡਾਇਰੈਕਟ ਬਾਅਦ ਤੁਸੀਂ ਕੀ ਲਗਾ ਦੇਣਾ, ਨਾਟ ਲਗਾ ਦੇਣਾ। ਸੋ ਨਾਟ ਵਿਲ ਸ਼ੈਲ ਤੋਂ ਸਿੱਧਾ ਬਾਅਦ ਲੱਗੇਗਾ। ਓਕੇ, ਸੋ ਪੈਸਿਵ ਦੇ ਵਿੱਚ ਸਟਰਕਚਰ ਕੀ ਬਣੇਗਾ, ਆਬਜੈਕਟ ਅੱਗੇ ਆ ਜਾਏਗਾ, ਦੈਨ ਹੈਲਪਿੰਗ ਵਰਬ ਵਿਲ ਸ਼ੈਲ, ਦੈਨ ਨਾਟ। ਠੀਕ ਹੈ, ਨਾਟ ਇਹਦੇ ਵਿੱਚ ਵੀ ਹੈਲਪਿੰਗ ਵਰਬ ਤੋਂ ਬਾਅਦ ਹੀ ਲੱਗੇਗਾ ਆਬਵੀਅਸਲੀ, ਦੈਨ ਬੀ ਵਰਬ ਦੀ ਥਰਡ ਫਾਰਮ ਬਾय ਸਬਜੈਕਟ। ਓਕੇ, ਸੋ ਸਟਰਕਚਰ ਸੈਂਟੈਂਸ ਦੇਖਦੇ ਹਾਂ। ਹੀ ਵਿਲ not read a book, they will not finish the food। ठीक है, she will not play a game। ठीक है, सिंपल सेंटेंस स्ट्रक्चर्स ने, सिंपल सेंटेंसेस ने, सिर्फ नॉट का ध्यान रखना है, वो हेल्पिंग वर्ब तो बाद नॉट लगा देना, चाहे कितने भी नेगेटिव आ रहे हैं सिर्फ हेल्पिंग वर्ब तो बाद नॉट प्लेस कर देना। ओके, सो इस द पैसिव के अकॉर्डिंग सेंटेंस स्ट्रक्चर की बनया, अ बुक अगे आ जाएगा ऑब्वियसली। ठीक है, सो ये बनेगा अ बुक will not है, will not be read by him। कुछ नहीं करना, बाकी सारा सेंटेंस सेम रहेगा, सिर्फ will तो बाद not लग जाएगा क्योंकि हेल्पिंग वर्ब तो बाद not लगता है ना। The food will not be finished by them। ठीक है, a game will not be played by her। Clear? Okay। ਨੈਕਸਟ ਇਜ਼ ਥਰਡ ਟਾਈਪ ਇਜ਼ ਇੰਟੈਰੋਗੇਟਿਵ, ਜਿਨ੍ਹਾਂ ਦੇ ਵਿੱਚ ਕੁਐਸਚਨ ਮਾਰਕ ਆ ਜਾਂਦਾ, ਮੀਨਸ ਸਾਨੂੰ ਕੋਈ ਕੁਐਸਚਨ ਪੁੱਛਿਆ ਜਾਂਦਾ, ਕੋਈ ਪ੍ਰਸ਼ਨ ਪੁੱਛਿਆ ਜਾਂਦਾ, ਉਹਨਾਂ ਦੇ ਵਿੱਚ ਕੀ ਹੁੰਦਾ, ਜਿਹੜਾ ਵਿਲ ਸ਼ੈਲ ਹੁੰਦਾ, ਹੈਲਪਿੰਗ ਵਰਬ ਹੁੰਦਾ, ਉਹਨੂੰ ਅਸੀਂ ਸਭ ਤੋਂ ਅੱਗੇ ਲੈ ਆਉਣੇ ਆ। ਇਹਦੇ ਵਿੱਚ ਵਿਲ ਸ਼ੈਲ ਸਭ ਤੋਂ ਅੱਗੇ ਆ ਗਿਆ। ਜੇ ਸਿੰਪਲ ਐਕਟਿਵ ਵੌਇਸ ਦਾ ਸੈਂਟੈਂਸ ਦੇਖੀਏ ਤਾਂ ਜਿਹੜਾ ਆ ਵਿਲ ਸ਼ੈਲ ਹੈ ਨਾ, ਇਹ ਚੱਕ ਕੇ ਇੱਥੇ ਲੈ ਆਉਣਾ ਸਬਜੈਕਟ ਤੋਂ ਪਹਿਲਾਂ, ਬਾਕੀ ਸੈਂਟੈਂਸ ਸਟਰਕਚਰ ਰਿਮੇਨਸ ਦਾ ਸੇਮ। ਠੀਕ ਹੈ, ਪੈਸਿਵ ਦੇ ਵਿੱਚ ਦੇਖੋ ਵਿਲ ਸ਼ੈਲ ਇਹਦੇ ਵਿੱਚ ਵੀ ਅੱਗੇ ਆਏਗਾ ਕਿਉਂਕਿ ਅਸੀਂ ਪ੍ਰਸ਼ਨ ਪੁੱਛਣ ਜਾ ਰਹੇ ਹਾਂ ਕਿਸੇ ਨੂੰ, ਦੈਨ ਆਬਜੈਕਟ ਆਏਗਾ, ਦੈਨ ਬੀ ਵਰਬ ਦੀ ਥਰਡ ਫਾਰਮ ਬਾय ਸਬਜੈਕਟ, ਐਂਡ ਐਂਡ ਦੇ ਵਿੱਚ ਕੁਐਸਚਨ ਮਾਰਕ ਬਹੁਤ ਜ਼ਰੂਰੀ ਹੁੰਦਾ ਹੈ। ਫਾਈਨ, ਹੁਣ ਸਿੰਪਲ ਸੈਂਟੈਂਸ ਹੀ ਵਿਲ ਰੀਡ ਅ ਬੁੱਕ, ਅਗਰ ਇਹ ਸੈਂਟੈਂਸ ਐਵੇਂ ਹੁੰਦਾ ਵਿਲ ਹੀ ਰੀਡ ਅ ਬੁੱਕ ਹੈ ਨਾ, ਵਿਲ ਅੱਗੇ ਆ ਜਾਂਦਾ, ਵਿਲ ਹੀ ਰੀਡ ਅ ਬੁੱਕ ਕੁਐਸਚਨ ਮਾਰਕ, ਜਾਂ ਫਿਰ ਵਿਲ ਹੀ ਫਿਨਿਸ਼ ਅ ਗੇਮ, कुछ भी हो जाता, बस क्वेश्चन मार्क का तुसी ध्यान रखना है, उन्होंने विच हेल्पिंग वर्ब सब तो अगे आ जाता है। सो सेंटेंस स्ट्रक्चर के अकॉर्डिंग उसका सेंटेंस की बनेगा, विल शैल अगे आ जाएगा, सो विल अगे ही रहेगा, विल ऑब्जेक्ट अ बुक है, विल अ बुक। ठीक है, उस तो बाद की आएगा, ऑब्जेक्ट हो गया, बी रीड रेड 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 बाय हिम, पीछे क्वेश्चन मार्क। ठीक है, will he finish the food। ठीक है, will the food be finished by him, इस तरह सेंटेंसेस हो जाएंगे। नाउ जो इंटरोगेटिव सेंटेंसेस की गल आती है, एक होर चीज़ जी बहुत इंपॉर्टेंट रोल प्ले करती है, दैट इज WH फैमिली। WH फैमिली की होंगी है, ये आते हैं वट, वेयर, वैन, वाई, है ना। जो ये वाली चीज़ें इन्वॉल्व हो जाए ने, तो जो ये पूछा जाता है, मीनस उन्होंने पूछा विल ही रीड अ बुक, है ना, कि वो एक बुक पढ़ेगा। अगर मैं पूछा वो बुक कित्थे पढ़ेगा, वो बुक क्यों पढ़ेगा, है ना, वो बुक किस लिए पढ़ेगा, तो ये WH फैमिली इन्वॉल्व होगी, मीनस कित्थे, क्यों, किस लिए, है ना, वेयर, वैन, वाई, वॉट, ये चीज़ें इन्वॉल्व हो जाती ने। तो जो WH फैमिली आती है वो सेंटेंस के सब तो अगे आ जाती है, हेल्पिंग वर्ब तो भी अगे आ जाती है। जे हुंदा वो बुक कित्थे पढ़ेगा तो वेयर अगे आ रहा है, तो वेयर असी इत्थे लगा देंगे, वेयर, वेयर विल अ बुक बी रेड बाय हिम। ठीक है, जे आ जाना कदों पढ़ेगा, व्हेन, सो व्हेन विल अ बुक बी रेड बाय हिम। ठीक है, सो WH फैमिली के सेंटेंसेस सब तो अगे आ जाएंगे, मीन्स हेल्पिंग वर्ब तो भी अगे आ जाएंगे। फाइन, सो आई होप द डिफरेंस एंड द टाइप्स विद स्ट्रक्चर की चेंजेस होंगे ने तुहानू सारा क्लीयर हो गया इन फ्यूचर इंडेफिनिट टेंस। हुण इस तो बाद एक्टिव पैसिव दे विच अगर टेंसेस की गल करिए, अपना सिर्फ एक टेंस लैफ्ट है, बिकॉज मैं तुहानू पहला भी दस चुकी हाँ, फ्यूचर कॉन्टीन्यूअस की कोई भी पैसिव वॉइस नहीं होंगी। ठीक है, आप इस तो बाद डिस्कस करांगे नैक्सट क्लास फ्यूचर परफेक्ट टेंस, एंड उस तो बाद ये भी सानू पता है कि कोई भी टेंस है उसकी परफेक्ट कॉन्टीन्यूअस टाइप की भी कोई भी पैसिव वॉइस नहीं होंगी। फाइन, so if you have any queries, do write me in the comment section. Thank you so much, bye bye, take care.